वीरवार हो गए, शनिवार, ਵੱਖੋ ਵੱਖਰੇ दिन ਹੁੰਦੇ ਆ, ਗੱਦੀਆਂ ਲੱਗਦੀਆਂ, ठीक है, ਪੁੱਛਾਂ ਕੱਢੀਆਂ ਜਾਂਦੀਆਂ, ठीक है। ਉੱਥੇ ਕਣ ਲੈ ਕੇ ਜਾਂਦੇ ਆ ਕਈ ਲੋਕ ਕਿਵੇਂ ਪਤਾ ਲੱਗਦਾ ਉਹਨਾਂ ਨੂੰ? ਸਾਡੇ ਲੋਕ ਜਾਂਦੇ ਰਹਿੰਦੇ ਆ ਹਾਂਜੀ ਤੇ ਇਹ ਬਾਬੇ ਲੋਕ ਦੱਸਦੇ ਰਹਿੰਦੇ ਆ ਹਾਂਜੀ। ਤੇ ਬਹੁਤ ਸਾਰੇ ਲੋਕਾਂ ਨੂੰ, ਬਹੁ ਗਿਣਤੀ ਲੋਕਾਂ ਨੂੰ ਉਹ ਉਹਨਾਂ ਬਾਰੇ ਸੱਚੀਆਂ ਗੱਲਾਂ ਵੀ ਦੱਸ ਦਿੰਦੇ। ਸਵਾਲ ਆਉਂਦਾ ਕਿ ਫਿਰ ਉਹ ਸੱਚੀਆਂ ਦੱਸ ਕਿਵੇਂ ਦਿੰਦੇ ਆ? ਹਾਂਜੀ ਕੋਈ ਬਾਬਾ ਦੁਨੀਆ ਦੇ ਅੰਦਰ ਇਹ ਨਹੀਂ ਤੁਹਾਨੂੰ ਗਿਆਨ ਨੂੰ ਕਹਿ ਸਕਦਾ ਵੀ ਤੂੰ ਹੈ ਫਲਾਣਾ, ਤੂੰ ਨਾ ਫਲਾਣਾ ਆਪਦੇ ਆਪ ਨੂੰ ਕਹਾਉਣਾ, ਤੂੰ ਆਪਦੀ ਤਕਲੀਫ ਪੁੱਛਣ ਨਹੀਂ ਆਇਆ, ਤੂੰ ਤਾਂ ਸਾਡੀ ਪਰਖ ਕਰਨ ਆਇਆ। ਜੇ ਕੋਈ ਦੱਸ ਜੇ ਤਾਂ ਅਸੀਂ 5 ਲੱਖ ਦਿੰਨੇ ਆ। ਕਿ ਪੁੱਛਾਂ ਲੈਣ ਆ ਗਏ, ਪੁੱਛਾਂ ਲੈਣ ਵਾਲਿਆਂ 'ਚ ਅਸੀਂ ਗਿਣਤੀ 'ਚ ਵੇਖਿਆ ਕਿ 90% ਔਰਤਾਂ ਹੁੰਦੀਆਂ, 10% ਆਦਮੀ ਹੁੰਦੇ, ਉਹ ਵੀ ਨਾਲ ਗਏ ਹੁੰਦੇ ਆ। 100 ਬੰਦਾ ਇਕੱਠਾ ਹੋਇਆ ਹੋਇਆ ਤੇ ਉਹ ਭਾਈ ਅਖੀਰਲੀ ਗੱਲ ਇਹ ਹੋਈ, ਉਹ ਇਹ ਕਹਿ ਗਏ ਵੀ ਭਾਈ ਸਾਡੇ ਬਾਬੇ ਕੋਲੇ ਕੁਛ ਨਹੀਂ, ਭਾਈ ਲੋਕ ਇਹਨੂੰ ਸੱਦਦੇ ਆ, ਇਹ ਆ ਜਾਂਦਾ, ਇਹ ਕੋਈ ਚੈਲੰਜ ਸਵੀਕਾਰ ਕਰਨ ਨੂੰ ਤਿਆਰ ਨਹੀਂ। ਕਿ ਸਾਡਾ ਸਮਾਜ ਪੜਤਾਲ ਕਰਨ ਨਹੀਂ ਜਾਂਦਾ, ਸਰੈਂਡਰ ਕਰਦਾ, ਵੀ ਆਪਦੇ ਆਪ ਨੂੰ ਸਰੈਂਡਰ ਕਰਤਾ, ਜੋ ਬਾਬਾ ਜੀ ਨੇ ਮੂਹਰੋਂ ਦੇਤਾ ਉਹ ਰਿਸੀਵ ਕਰ ਲਿਆ, ਉਹਦੇ ਦੱਸੇ ਅਨੁਸਾਰ ਚੜਾਵਾ ਵੀ ਦੇਤਾ, ਕਿਰਿਆ ਕਰਮ ਵੀ ਕਰ ਲਿਆ, ਕੋਈ ਫਾਇਦਾ ਵੈਸੇ ਹੀ ਟੁੱਲ ਲੱਗ ਗਿਆ ਤਾਂ ਬਾਬਾ ਜੀ ਦੀ ਬੱਲੇ ਬੱਲੇ ਆ। ਨਹੀਂ, ਅਸੀਂ ਜਾ ਕੇ ਦੁਬਾਰੇ ਬਾਬੇ ਨੂੰ ਸਵਾਲ ਨਹੀਂ ਕਰਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਅੱਜ ਆਪਾਂ ਗੱਲਬਾਤ ਕਰਨੀ ਆ ਇੱਕ ਵਿਸ਼ੇ ਤੇ ਜਿਹੜਾ ਕਿ ਸਾਡੇ ਸਮਾਜ ਦੇ ਵਿੱਚ ਅੰਧ ਵਿਸ਼ਵਾਸ ਦੇ ਵਿਸ਼ੇ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਗੱਲਬਾਤ ਆਪਾਂ ਕਰਾਂਗੇ ਜਿਹੜਾ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਡੇਰੇ ਖੁੱਲ੍ਹੇ ਹੋਏ ਆ, ਛੋਟੇ ਲੈਵਲ ਦੇ, ਵੱਡੇ ਲੈਵਲ ਦੇ ਡੇਰੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਹੈ ਤੇ ਉਹਨਾਂ ਡੇਰਿਆਂ ਦੇ ਵਿੱਚ ਪੁੱਛਾਂ ਕੱਢੀਆਂ ਜਾਂਦੀਆਂ। ਲੋਕ ਵੀਰਵਾਰ ਨੂੰ ਜਾਂ ਵੱਖੋ ਵੱਖਰੇ ਦਿਨ ਰੱਖੇ ਹੁੰਦੇ ਆ, ਅਲੱਗ-ਅਲੱਗ ਉਹਨਾਂ ਦੇ ਜਿਹੜੇ ਬਾਬਿਆਂ ਦੇ ਹਿਸਾਬ ਦੇ ਨਾਲ ਆਪਣੇ ਆਪਣੇ ਦਿਨ ਰੱਖੇ ਹੁੰਦੇ ਆ, ਤਾਂ ਉਸ ਦਿਨ ਲੋਕ ਉੱਥੇ ਜਾਂਦੇ ਆ, ਉਹਨਾਂ ਦੀਆਂ ਪੁੱਛਾਂ ਕੱਢੀਆਂ ਜਾਂਦੀਆਂ, ਉਹਨਾਂ ਦੇ ਭਵਿੱਖ ਬਾਰੇ ਦੱਸਿਆ ਜਾਂਦਾ, ਉਹਨਾਂ ਦੇ ਘਰ ਵਿੱਚ ਜੇ ਕੋਈ ਤਰੱਕੀ ਨਹੀਂ ਹੁੰਦੀ ਜਾਂ ਕੋਈ ਕਿਸੇ ਨੂੰ ਬੱਚੇ ਦੀ ਲੋੜ ਹੈ, ਇਹ ਸਭ ਪ੍ਰਤੀ ਉੱਥੇ ਬਾਬੇ ਫਿਰ ਉਹਨਾਂ ਨੂੰ ਉਹੋ ਜਿਹਾ ਆਸ਼ੀਰਵਾਦ ਦਿੰਦੇ ਆ, ਉਹਨਾਂ ਨੂੰ ਜਾਣਕਾਰੀ ਦਿੰਦੇ ਆ। ਇਹਨਾਂ ਚੀਜ਼ਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਵਿਗਿਆਨ ਦੇ ਪੱਖ ਤੋਂ ਇਹ ਕਿੰਨੀ ਕੁ ਸਹੀ ਹੈ, ਇਸ ਸਭ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਰਜਿੰਦਰ ਭਦੌੜ ਜੀ ਨੇ। ਭਦੌੜ ਜੀ, ਸਵਾਗਤ ਹੈ ਤੁਹਾਡਾ ਜੀ। ਬਹੁਤ ਧੰਨਵਾਦ ਮਨਿੰਦਰ ਜੀ, ਤੁਹਾਡਾ ਵੀ, ਲੋਕਵਾਦ ਚੈਨਲ ਦਾ ਵੀ, ਜਿਹਦੇ ਰਾਹੀਂ ਪਹਿਲਾਂ ਵੀ ਕੁਛ ਨਾ ਕੁਛ ਰੂਬਰੂ ਆਪਾਂ। ਹਾਂਜੀ, ਧੰਨਵਾਦ। ਭਦੌੜ ਸਾਹਿਬ, ਪਹਿਲਾ ਸਵਾਲ ਜੀ, ਅਸੀਂ ਦੇਖਦੇ ਹਾਂ ਕਿ ਵੀਰਵਾਰ ਹੋ ਗਏ, ਸ਼ਨੀਵਾਰ, ਵੱਖੋ ਵੱਖਰੇ ਦਿਨ ਹੁੰਦੇ ਆ, ਗੱਦੀਆਂ ਲੱਗਦੀਆਂ, ਠੀਕ ਹੈ, ਪੁੱਛਾਂ ਕੱਢੀਆਂ ਜਾਂਦੀਆਂ, ਠੀਕ ਹੈ, ਉੱਥੇ ਕਣ ਲੈ ਕੇ ਜਾਂਦੇ ਆ ਕਈ ਲੋਕ ਪੈਸੇ ਵਾਰ ਕੇ ਲੈ ਕੇ ਜਾਂਦੇ ਆ। ਉੱਥੇ ਬਾਬਾ ਆਵਾਜ਼ ਦਿੰਦਾ ਹੈ ਕਿ ਭਾਈ ਜਿਹੜਾ ਕਣ ਪਾ ਕੇ ਫਲਾਨੀ ਮੁੰਡੇ ਦੇ ਬਾਹਰ ਜਾਣ ਲਈ ਜਾਂ ਬੱਚੇ ਦੇ ਲਈ ਆਇਆ, ਉਹ ਖੜਾ ਹੋ ਜਾਓ, ਮਾਈ ਖੜੀ ਹੋ ਜਾਂਦੀ ਹੈ, ਫਿਰ ਉਹਨੂੰ ਉਹਦੀ ਸਾਰੀ ਡਿਟੇਲ ਵੀ ਦੱਸ ਦਿੱਤੀ ਜਾਂਦੀ ਹੈ। ਕਿਵੇਂ ਪਤਾ ਲੱਗਦਾ ਉਹਨਾਂ ਨੂੰ ਇਹ ਸਭ? ਮਨਿੰਦਰ ਜੀ ਦੇਖੋ, ਗੱਲ ਇੱਕ ਤਾਂ ਤਰਕਸ਼ੀਲ ਸੁਸਾਇਟੀ ਨੇ ਮੋਟੇ ਤੌਰ ਤੇ ਇਹ ਚੈਲੰਜ ਕੀਤਾ ਹੋਇਆ ਵੀ ਇਸ ਪੂਰੀ ਧਰਤੀ ਦੇ ਉੱਤੇ ਹਾਂਜੀ ਨਾ ਤਾਂ ਕੋਈ ਅਜਿਹੀ ਸ਼ਕਤੀ ਹੈ, ਠੀਕ ਹੈ, ਜਦੋਂ ਹੈ ਨਹੀਂ ਤਾਂ ਉਹ ਕਿਸੇ ਪਾਸ ਵੀ ਨਹੀਂ ਹੋ ਸਕਦੀ ਵੀ ਜਿਹਨੇ ਆਪਦੇ ਵੱਸ 'ਚ ਕੀਤੀ ਹੋਵੇ, ਉਹ ਕਿਸੇ ਬਾਰੇ ਜਾਣ ਕੇ ਉਹਦਾ ਦੱਸ ਦੇ ਜਾਂ ਉਹਦਾ ਚਿਹਰਾ ਪੜ੍ਹ ਕੇ ਦੱਸ ਦੇ ਜਾਂ ਉਹਨੂੰ ਕੋਈ ਕਾਸ਼ਬਾਣੀ ਹੋ ਜੇ। ਠੀਕ ਹੈ ਜੀ। ਪਰ ਸਾਡੇ ਲੋਕ ਜਾਂਦੇ ਰਹਿੰਦੇ ਆ ਤੇ ਇਹ ਬਾਬੇ ਲੋਕ ਦੱਸਦੇ ਰਹਿੰਦੇ ਆ ਤੇ ਬਹੁਤ ਸਾਰੇ ਲੋਕਾਂ ਨੂੰ, ਬਹੁ ਗਿਣਤੀ ਲੋਕਾਂ ਨੂੰ ਉਹ ਉਹਨਾਂ ਬਾਰੇ ਸੱਚੀਆਂ ਗੱਲਾਂ ਵੀ ਦੱਸ ਦਿੰਦੇ ਆ। ਹਾਂਜੀ, ਸਵਾਲ ਆਉਂਦਾ ਕਿ ਫਿਰ ਉਹ ਸੱਚੀਆਂ ਦੱਸ ਕਿਵੇਂ ਦਿੰਦੇ ਆ? ਹਾਂਜੀ, 2-3 ਤਰੀਕੇ ਆ। ਠੀਕ ਹੈ ਜੀ। ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦਊਂਗਾ। ਅੱਜ ਤੋਂ 1985 ਦੀ ਗੱਲ ਹੈ। ਠੀਕ ਹੈ ਜੀ। ਕਾਲੇ ਕੀ ਪਿੰਡ 'ਚ ਕਿਸੇ ਖੇਤ ਦੇ ਵਿੱਚ ਜਾ ਕੇ ਕਿਸੇ ਬਾਬੇ ਨੇ ਡੇਰਾ ਲਾ ਲਿਆ। ਠੀਕ ਹੈ ਜੀ। ਬਾਬੇ ਨੇ ਡੇਰਾ ਲਾਇਆ ਤੇ ਹੌਲੀ ਹੌਲੀ ਪ੍ਰਚਾਰ ਹੋ ਗਿਆ, ਲੋਕੀ ਪੁੱਛਾਂ ਲੈਣ ਆ ਗਏ। ਪੁੱਛਾਂ ਲੈਣ ਵਾਲਿਆਂ 'ਚ ਅਸੀਂ ਗਿਣਤੀ 'ਚ ਵੇਖਿਆ ਕਿ 90% ਔਰਤਾਂ ਹੁੰਦੀਆਂ, 10% ਆਦਮੀ ਹੁੰਦੇ, ਉਹ ਵੀ ਨਾਲ ਗਏ ਹੁੰਦੇ ਆ, ਪਹਿਲ ਕਰਕੇ ਨਹੀਂ ਜਾਂਦੇ। ਠੀਕ ਹੈ ਜੀ। ਅਸੀਂ ਜਾ ਕੇ ਬੈਠ ਗਏ। ਜਿਵੇਂ ਲੋਕੀ ਉਦੋਂ 85 ਚ ਠੋਲੂ ਦੀ ਕੀਮਤ ਵਾਹਵਾ ਹੁੰਦੀ ਸੀ 1 ਰੁਪਏ ਦੀ, ਹੁਣ ਤਾਂ 100 ਸੂ ਤੇ ਜਾ ਵੜੀ ਗੱਲ। ਲੋਕੀ ਜਿਵੇਂ ਠੋਲੂ ਉੱਥੇ ਰੱਖ ਕੇ, ਜਿਹਨੂੰ ਕਹਿੰਦੇ ਸੀ ਵੀ ਇਹ ਚੁਹਾ ਕੇ ਲਿਆਂਦਾ ਕਿਸੇ ਚੀਜ਼ ਤੋਂ ਦੀ ਜਿਹਦੇ ਬਾਰੇ ਪੁੱਛਣਾ ਵੀ ਉਹ ਉੱਥੇ ਪਾਉਣਾ ਹੁੰਦਾ ਸੀ। ਅਸੀਂ ਵੀ ਆਪਦਾ ਜਾ ਕੇ ਠੋਲੂ ਪਾਤਾ। ਅਸੀਂ 4 ਜਣੇ ਸੀ, ਜਾ ਕੇ ਬੈਠ ਗਏ। ਠੀਕ ਹੈ ਜੀ। ਬੈਠਿਆਂ ਤੋਂ ਉਹਨੂੰ ਸਾਡੇ ਬਾਰੇ ਇਹ ਨਹੀਂ ਪਹਿਲਾਂ ਪਤਾ ਲੱਗਿਆ ਵੀ ਇਹ ਭਾਈ ਕੋਈ ਪਰਖ ਪੜਤਾਲ ਕਰਨ ਵਾਲੇ ਆ। ਠੀਕ ਹੈ ਜੀ।
ਉਹ ਤੂੰਬਾ ਵਜਾਉਂਦਾ ਸੀ, ਤੂੰਬੇ ਦੇ ਵਿੱਚ ਆਪਦੀਆਂ ਸੁਰਾਂ ਲਾਉਂਦਾ ਸੀ। ਸੁਰਾਂ ਵਾਲੀ ਗੱਲ ਤਾਂ ਬਹੁਤ ਪੁਰਾਣੀ ਹੋ ਗਈ, ਮੈਂ ਉਹ ਸ਼ਬਦ ਤਾਂ ਨਹੀਂ ਉਹਦੇ ਯਾਦ, ਬਸ ਆਪਦੇ ਡੇਰੇ ਦੀ ਮਹਿਮਾ ਕਰਦਾ ਸੀ। ਇੱਥੇ ਸੱਚੀਆਂ ਗੱਲਾਂ, ਮਨੋਕਾਮਨਾਵਾਂ ਪੂਰੀਆਂ ਹੁੰਦੀਆਂ, ਮੁਰਾਦਾਂ ਪੂਰੀਆਂ ਹੁੰਦੀਆਂ, ਜਿਹੜਾ ਵੀ ਆਉਂਦਾ ਕਰਕੇ ਉਹ ਵਜਾਉਂਦਾ ਰਹਿੰਦਾ। ਵਜਾਉਂਦਾ ਅੱਖਾਂ ਕਦੇ ਤਾਂ ਨੂੰ ਚੜਾ ਲੀਆਂ, ਅਖੀਰ ਨੂੰ ਅੱਖਾਂ ਬੰਦ ਕਰਕੇ ਉਹ ਬੋਲਦਾ, ਖੜੀ ਹੋ ਜਾਓ ਭਾਈ ਜਿਹੜੀ ਪਤੀ ਤੋਂ ਦੁਖੀ ਆ। ਠੀਕ ਹੈ। ਹੋਇਆ ਇਹ ਕਿ 4-5 ਔਰਤਾਂ ਖੜੀਆਂ ਹੋ ਗਈਆਂ। ਹਾਂਜੀ। ਹੁਣ ਪਤੀ ਤੋਂ ਦੁਖੀ ਹੋਣ ਦੇ ਕਈ ਕਾਰਨ ਹੋ ਸਕਦੇ ਆ। ਬਿਲਕੁਲ। ਨਸ਼ਾ ਵੀ ਹੋ ਸਕਦਾ, ਕੋਈ ਘਰੇ ਆ ਕੇ ਕੁੱਟਮਾਰ ਕਰਦਾ ਹੋ ਸਕਦਾ, ਕੋਈ ਸ਼ੱਕ ਕਰਦਾ ਹੋ ਸਕਦਾ, ਕਿਸੇ ਤਰ੍ਹਾਂ ਦਾ ਕਾਰਨ ਵੀ ਹੋ ਸਕਦਾ। ਬਿਲਕੁਲ। ਉਹ ਹੁਣ ਜਦੋਂ ਕਈ ਔਰਤਾਂ ਖੜੀਆਂ ਹੋ ਗਈਆਂ, ਫਿਰ ਕਿਉਂਕਿ ਛੰਟਣਾ ਹੁੰਦਾ ਉਹਨਾਂ ਨੇ, ਫਿਰ ਕਹਿੰਦਾ ਭਾਈ ਨਹੀਂ ਬਾਕੀ ਬਹਿ ਜਾਓ, ਜਿਹੜੀ ਦਾਰੂ ਤੋਂ ਔਖੀ ਆ ਘਰ ਵਾਲੇ ਦੇ ਉਹ ਖੜੀ ਹੋ ਜਾਓ, ਤੇ ਇੱਕ ਰਹਿ ਗਈ। ਠੀਕ ਹੈ। ਛਾਂਟ ਲਈ। ਹੁਣ ਉਹਨੂੰ ਇਹ ਲੱਗੂਗਾ ਵੀ ਮੈਨੂੰ ਦਾਰੂ ਵਾਲੇ ਮੈਂ ਦਾਰੂ ਵਾਲੇ ਤੋਂ ਦੁਖੀ ਸੀ ਤੇ ਮੈਂ ਕਣ ਪਾਇਆ ਤੇ ਕੱਢ ਲਿਆ। ਉਹ ਦੂਜੀ ਗੱਲ ਭੁੱਲ ਜਾਂਦੇ ਆ ਵੀ ਜਿਹੜੇ ਇਹਨੇ ਪਹਿਲਾਂ ਛਾਨਣਾ ਲਾਇਆ ਵੀ ਭਾਈ ਖੜੀਆਂ ਹੋ ਜਾਓ ਜਿਹੜੀਆਂ ਪਤੀ ਤੋਂ ਦੁਖੀ ਆ, ਉਹ ਕਾਮਨ ਗੱਲ ਆ। ਫਿਰ ਖੜੀਆਂ ਹੋ ਜਾਓ ਜਿਹੜੀਆਂ ਸ਼ਰਾਬ ਕਰਕੇ। ਇਦੋਂ ਅਗਲੀ ਗੱਲ ਹੁੰਦੀ ਹੈ ਕੁੱਟਮਾਰ ਕਰਕੇ। ਜਾਣੀ ਕਹਿਣ ਦਾ ਮਤਲਬ ਕੀ ਹੈ ਕਿ ਇਹ ਗੱਲ ਇਸ ਤੋਂ ਵੱਧ ਹੋਰ ਕਿਸੇ ਢੰਗ ਨਾਲ ਕੋਈ ਵੀ ਨਹੀਂ ਹੁੰਦੀ। ਇੱਕ ਹੋਰ ਉਦਾਹਰਨ ਦੇ ਤੌਰ ਤੇ, ਇੱਕ ਭੋਲਾ ਬਾਬਾ ਹੋਇਆ ਪਬਲਿਕ ਹੈਲਥ ਦੇ ਵਿੱਚ, ਉਹ ਪੰਪ ਆਪਰੇਟਰ ਸੀਗਾ ਤਲਵੰਡੀ ਸਾਬੋ। ਠੀਕ ਹੈ ਜੀ। ਉਹ ਪਿੰਡਾਂ 'ਚ ਜਾ ਕੇ ਚੌਂਕੀ ਲਾਉਂਦਾ ਹੁੰਦਾ। ਚੌਂਕੀ ਲਾ ਕੇ ਉਹਦੇ ਕੋਲ ਮੋਟੇ-ਮੋਟੇ ਸੰਗਲ ਜੇ ਹੁੰਦੇ, ਕੜੀਆਂ ਜੀਆਂ ਪਾਈਆਂ, ਉਹ ਮਾਰਦਾ ਐਂ ਕਰਕੇ। ਇਹ ਦਹਿਸ਼ਤ ਪਾਉਣ ਵਾਸਤੇ ਵੀ ਯਾਰ ਦੇਖੋ ਬਾਬਾ ਜੀ ਦਾ ਜਦੋਂ ਫਿਰ ਪੀਰ ਜੋ ਵੀ ਜਿਹਨੂੰ ਉਹ ਮੰਨਦਾ, ਜਦੋਂ ਉਹ ਆ ਗਿਆ ਉਦੋਂ ਬਾਅਦ ਇਹਦੇ ਸੱਟ ਨਹੀਂ ਵੱਜਦੀ। ਉਹ ਕੀ ਹੁੰਦਾ ਵੀ ਇੱਕ ਲੰਬਾ ਡੰਡਾ ਹੁੰਦਾ ਸਰੀਆ, ਉਹਦੇ 'ਚ ਰਿੰਗ ਪਾਇਆ ਹੁੰਦਾ, ਰਿੰਗ 'ਚ ਅੱਗੇ 10-15 ਸੰਗਲੀਆਂ ਹੁੰਦੀਆਂ। ਉਹ ਹੁਣ ਸਾਨੂੰ ਪਤਾ ਹੈ ਵੀ ਜੇ ਉਹ ਸੰਗਲ ਸਾਨੂੰ ਫੜਾ ਕੇ ਕੋਈ 5 ਸੰਗਲ ਮਰਵਾ ਜੇ, ਅਸੀਂ 5 ਲੱਖ ਦੇ ਦਾਂਗੇ। ਪਰ ਉਹ ਮਾਰਨਾ ਕਿਵੇਂ, ਅਸੀਂ ਵੀ ਮਾਰ ਕੇ ਦਿਖਾਉਣੇ ਆ। ਮਾਰ ਕੇ ਦਿਖਾਉਣ ਦਾ ਕੀ ਹੈ ਵੀ ਸਰੀਆ ਇੱਥੋਂ ਖਿੱਚਣਾ, ਇੱਥੇ ਸੰਗਲੀ ਲੱਗਣੀ ਹੈ। ਸੰਗਲੀ ਲੱਗਣ ਵੇਲੇ ਆਵਾਜ਼ ਮੂੰਹ ਚੋਂ ਆਉਣੀ ਹੈ, ਖੜਕਾ ਸੰਗਲ ਦਾ ਨਹੀਂ ਆਉਣਾ। ਉਹਨੇ ਕਹਿਣਾ ਅਗਲੇ ਲੱਗਦਾ ਸੰਗਲ ਦੀ ਬੜੀ ਸੱਟ ਇਹਦੇ ਲੱਗੀ। ਸੰਗਲੀ ਮਾਰਿਆ ਕਰੇ ਤੇ ਭਦੌੜ ਉਹਦੀ ਸੀਗੀ ਰਿਸ਼ਤੇਦਾਰੀ। ਠੀਕ ਹੈ ਜੀ। ਗਿੱਜ ਗਿਆ ਕਿਉਂਕਿ ਭਦੌੜ ਵਾਲੇ ਰਿਸ਼ਤੇਦਾਰਾਂ ਨੂੰ ਵੀ ਇਹ ਸੀਗਾ ਵੀ 10-20 ਭਾਈ ਆਪਾਂ ਨੂੰ ਵੀ ਆਪਣੀ ਵੀ ਮਹਿਮਾ ਹੋਊਗੀ ਵੀ ਇਹਨਾਂ ਰਿਸ਼ਤੇਦਾਰ ਹੋਇਆ ਇਹ, ਤੇ ਅਸੀਂ ਵੀ ਚਲੇ ਗਏ। ਹਾਂਜੀ। ਜਾਣ ਤੋਂ ਬਾਅਦ ਉਹਨੇ ਉਹੀ ਪੁੱਛਾਂ ਕੱਢਣੀ ਸ਼ੁਰੂ, ਕਹਿੰਦਾ ਵੀ ਖੜਾ ਹੋ ਜੇ ਜਿਹਦੀ ਗੁਰਦੇਵ ਕਿਆਂ ਨਾਲ ਕੰਧ ਸਾਂਝੀ ਹੈ। ਠੀਕ ਹੈ। ਉਹਦਾ ਨਾਂ ਨਹੀਂ ਲਿਆ ਕਿ ਜਿਹਦੀ ਕੰਧ ਨਾਲ ਕੰਧ ਸਾਂਝੀ ਹੈ, ਮੈਂ ਜਿਹਦਾ ਘਰ ਵਾਲਾ ਜਿਹਨੇ ਕਣ ਪਾਇਆ, ਇਹ ਨਾਂ ਲੈਤਾ ਵੀ ਜਿਹਦੀ ਗੁਰਦੇਵ ਕਿਆਂ ਨਾਲ ਕੰਧ ਸਾਂਝੀ ਹੈ। ਹਾਂਜੀ। ਹੁਣ ਸਾਡਾ ਤਾਂ ਦਿਮਾਗ ਕੰਮ ਕਰਦਾ ਵੀ ਜਿਹੜੇ ਬੰਦੇ ਨੇ ਰਿਪੋਰਟ ਦਿੱਤੀ ਆ ਉਹਦਾ ਨਾਂ ਨਹੀਂ ਜਾਣਦਾ। ਸਹੀ ਹੈ। ਪਰ ਉਹ ਭਦੌੜਦਾ, ਉਹ ਐਂ ਤਾਂ ਜਾਣਦਾ ਵੀ ਇਹਨਾਂ ਦਾ ਘਰ ਗੁਰਦੇਵ ਕੇ ਘਰ ਨਾਲ ਜੋ ਰਿਪੋਰਟ ਦਿੱਤੀ ਹੈ। ਤਾਂ ਉਹਦੇ ਚੋਂ ਕੀ ਆ, ਉਹ ਭਾਈ ਗੁਰਦੇਵ। ਹੁਣ ਅਗਲਾ ਤਾਂ ਸੋਚਦਾ ਨਹੀਂ, ਅਗਲਾ ਜਾਂ ਤਾਂ ਇਹ ਕਵੇ ਵੀ ਜਦੋਂ ਮੇਰਾ ਨਾਮ ਬੋਲੂ ਮੈਂ ਤਾਂ ਉਹਦੀ ਖੜਾ ਹੂੰ ਨਾ, ਕਿਉਂ ਪਰਖ ਕਰਨ ਨਹੀਂ ਗਿਆ। ਬੋੜਾ ਵੀ ਉਹਨੇ ਤਾਂ ਕੰਧ ਦੱਸਤੀ। ਉਦੋਂ ਬਾਅਦ ਫਿਰ ਜਿਵੇਂ ਸਮੱਸਿਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਭਾਈ ਇਸ ਗੱਲ ਲਈ ਕਣ ਪਾਇਆ, ਆਹ ਕਣ ਪਾਇਆ, ਕਰਾ ਕੇ ਤੇ ਅਸੀਂ ਚੈਲੰਜ ਕਰਤਾ। ਅਸੀਂ ਆਖਿਆ ਵੀ ਆਹ ਗੱਲ ਹੈ। ਉਹ ਰੌਲਾ ਪਿਆ। ਜਿਹੜੇ ਪ੍ਰਬੰਧਕ ਸੀ ਉਹ ਕਹਿੰਦੇ ਵੀ ਅੱਜ ਦੀ ਚੌਂਕੀ ਲੱਗ ਲੈਣ ਦਿਓ, ਆਪਾਂ ਬਹਿ ਕੇ ਕਰਾਰ ਤੈਅ ਕਰ ਲੈਂਦੇ ਹਾਂ। ਅਸੀਂ ਆਖਿਆ ਵੀ ਚੱਲ ਕਰ ਲਓ। ਬਹਿ ਕੇ ਕਰਾਰ ਤੈਅ ਕਰ ਲਿਆ ਪੂਰਾ ਵਧੀਆ। ਐਂ ਬੈਠੇ, ਉਹਨੇ ਅਗਲੀ ਚੌਂਕੀ ਆਉਣਾ ਸੀ, ਸਾਨੂੰ ਵੀ ਪਤਾ ਸੀ ਵੀ ਉਦੋਂ ਪਹਿਲਾਂ ਦੀ ਡੇਟ ਰੱਖ ਲਈ। ਡੇਟ ਰੱਖ ਕੇ ਕੀ ਕਰ ਲਿਆ, ਸਾਡੇ ਉੱਥੇ ਹਰੀ ਸਿੰਘ ਬਾਬਾ ਜੀ ਆ, ਉਹਦੀ ਡੇਅਰੀ ਦੇ ਉੱਤੇ ਟਾਈਮ ਰੱਖ ਲਿਆ ਤੇ ਵੀ ਆਉਣਗੇ। ਲਿਖਾ ਪੜੀ ਜਿੰਨੀ ਕਿਸੇ ਮੋਟੀ ਜੀ ਕਰ ਲਈ ਵੀ ਭਾਈ ਅਸੀਂ ਕਣ ਪਾਵਾਂਗੇ। ਲਿਖ ਕੇ ਕਣ ਕਾਹਦੇ ਬਾਰੇ ਪਾਇਆ, ਉਹ ਜੇਬ 'ਚ ਪਾਇਆ ਹੋਊ ਲਿਫਾਫੇ 'ਚ, ਤਾਂ ਕਿ ਅਸੀਂ ਬਿਨਾਂ ਮੁੱਕਰ ਜੀਏ। ਤੇ ਉਹਨੇ ਦੱਸਣਾ ਹੋਊ ਵੀ ਆਹ ਗੱਲ ਦਾ ਕਣ ਪਾਇਆ, ਜਿਹੜਾ ਕੁਛ ਕਣ ਪਾਇਆ ਲਿਖ ਕੇ ਜੇਬ 'ਚ ਪਾਇਆ ਹੋਇਆ। ਤੇ ਬਾਬਾ ਤਾਂ ਆਇਆ ਨਾ। ਪਰ ਹੁਣ ਇੰਨੀ ਬੇਇੱਜ਼ਤੀ ਉਹ ਵੀ ਨਹੀਂ ਸੀ ਚਾਹੁੰਦਾ ਵੀ ਬੇਇੱਜ਼ਤੀ ਹੋ ਜੇ। ਹੋਇਆ ਕੀ ਵੀ ਬਾਬਾ ਰਾਤ ਨੂੰ 9:30, ਗਰਮੀ ਦੇ ਦਿਨ ਸੀ, 9:30 ਆ ਗਿਆ। ਠੀਕ ਹੈ। ਦਿਨੇ ਸ਼ਾਮ ਨੂੰ 4 ਵਜੇ ਦਾ ਟਾਈਮ ਸੀ, 4 ਵਜੇ ਨਹੀਂ ਆਇਆ। 9:30 ਆਇਆ ਤਾਂ ਬੰਦੇ ਪ੍ਰੈਸ ਵਾਲੇ ਬੰਦੇ ਬੜੇ ਵਧੀਆ ਸੀ ਸਾਡੇ। ਕੁਲਦੀਪ ਧੁੰਨਾ ਜੀ ਅੱਜ ਕੱਲ੍ਹ ਕੈਨੇਡਾ ਗਏ ਆ, ਉਹ ਵਿੜਕ ਲੈਂਦੇ ਫਿਰਦੇ ਸੀ ਵੀ ਕੋਈ ਇਹੋ ਜਿਹੀ ਗੱਲ ਨਾ ਹੋਵੇ ਵੀ ਇਹ ਲੇਟ ਫੇਟ ਕਰਕੇ ਕਹਿਣ ਬਾਬਾ ਤਾਂ ਆਇਆ ਸੀ। ਉਦੋਂ ਸੁਸਾਇਟੀ ਵਾਲੇ ਹੈ ਨਹੀਂ ਸੀ। 9:30 ਫੋਨ ਖੜਕ ਗਿਆ, ਲੈਂਡਲਾਈਨ ਜੇ ਸੀਗੇ ਉਦੋਂ, ਖੜਕਿਆ ਹੋਇਆ। ਕਹਿੰਦਾ ਵੀ ਬਾਬਾ ਜੀ ਤਾਂ ਆ ਗਏ। ਕਿੱਥੇ ਆ ਗਏ ਭਾਈ? ਆਪਦੇ ਰਿਸ਼ਤੇਦਾਰਾਂ ਦੇ ਘਰੇ ਆ ਗਏ। ਕਰਕੇ ਲੈਂਡ ਫੋਨ ਜਾਂ ਸੀ ਕਰਾ ਕੇ ਜੀ, ਗਰਮੀ ਦਾ ਦਿਨ ਸੀ, ਕੁਛ ਗਰਮੀ ਤੋਂ ਅੱਕੇ ਤੱਕੇ ਉੱਥੇ ਦਾ 100 ਬੰਦਾ ਇਕੱਠਾ ਹੋ ਗਿਆ। ਠੀਕ ਹੈ ਜੀ। 100 ਬੰਦਾ ਇਕੱਠਾ ਹੋਇਆ ਤੇ ਉਹ ਭਾਈ ਅਖੀਰਲੀ ਗੱਲ ਇਹ ਹੋਈ, ਉਹ ਇਹ ਕਹਿ ਗਏ ਵੀ ਭਾਈ ਸਾਡੇ ਬਾਬੇ ਕੋਲੇ ਕੁਛ ਨਹੀਂ ਭਾਈ, ਲੋਕ ਇਹਨੂੰ ਸੱਦਦੇ ਆ, ਇਹ ਆ ਜਾਂਦਾ, ਇਹ ਕੋਈ ਚੈਲੰਜ ਸਵੀਕਾਰ ਕਰਨ ਨੂੰ ਤਿਆਰ ਨਹੀਂ। ਠੀਕ ਹੈ। ਮਤਲਬ ਬਾਬਾ ਭੱਜ ਲਿਆ ਜੀ। ਬਾਬਾ ਭੱਜ ਗਿਆ।
ਇੱਕ ਉਦੋਂ ਵੱਡਾ ਜਿਹੜਾ ਸਕੈਂਡਲ ਚੱਲਿਆ, ਬਹੁਤ ਵੱਡਾ ਚੱਲਿਆ, ਉਹ ਅੱਜ ਕੱਲ ਨਹੀਂ ਹੈ। ਸਤਨਾਮ ਚੰਗਿਆੜੇ ਦਾ ਨਾਮ ਲੁਧਿਆਣੇ 'ਚ ਬਹੁਤ ਮਸ਼ਹੂਰ ਰਿਹਾ। ਠੀਕ ਹੈ। ਉਹਦਾ ਪਿੱਛਾ ਕਿਸੇ ਢੰਗ ਨਾਲ ਭਦੌੜਦਾ ਸੀ। ਅੱਛਾ। ਸਤਨਾਮ ਚੰਗਿਆੜੇ ਦਾ। ਠੀਕ ਹੈ। ਉਹ ਕੱਢਦਾ ਸੀ VIP ਪੁੱਛ। ਅੱਛਾ, ਇਹ VIP ਪੁੱਛ ਕਿਹੜੀ ਹੁੰਦੀ? VIP ਪੁੱਛ ਇਹ ਹੁੰਦੀ ਹੈ ਵੀ ਤੁਸੀਂ ਆਏ ਹੋ ਆਲੀਸ਼ਾਨ ਡੇਰਾ ਨਹੀਂ ਹੈ, ਆਲੀਸ਼ਾਨ ਕੋਠੀ ਹੈ। ਠੀਕ ਹੈ। ਕੋਠੀ ਆਏ ਹੋ ਤੁਸੀਂ, ਪੁੱਛ ਲੈਣੀ ਹੈ। ਗੇਟ ਦੇ ਉੱਤੇ ਰਿਸੈਪਸ਼ਨ ਵਾਲਾ ਬੰਦਾ ਬੈਠਾ ਹੈ। ਠੀਕ ਹੈ। ਤੁਹਾਨੂੰ ਉਹਦੇ ਕੋਲੇ ਆਪਦਾ ਵੇਰਵਾ, ਉੱਥੇ ਬਾਹਰ ਹੀ ਨਹੀਂ ਆਉਂਦੀ ਛੇਤੀ, ਉਹਦੇ ਕੋਲੇ ਲਿਖਾਉਣਾ ਪੈਂਦਾ। ਫਿਰ ਉਦੋਂ ਬਾਅਦ ਤੁਹਾਨੂੰ ਆਵਾਜ਼ ਪੈਂਦੀ ਆ ਉਧਰੋਂ, ਉਹਨਾਂ ਨੇ ਸਾਰਾ ਵੇਰਵਾ ਆਪਦਾ ਰਜਿਸਟਰ ਤੇ ਲਿਖ ਲੈਣਾ। ਠੀਕ ਹੈ। ਤੇ ਜਿਹੜਾ ਬੰਦਾ ਉੱਥੇ ਬੈਠਾ ਉਹਨੇ ਉਹਦੀ ਕਾਪੀ ਕਰਨੀ ਹੈ। ਜੋ ਅਸੀਂ ਜਦੋਂ ਉਹਦੇ ਪੜਤਾਲ ਦੇ ਅਖੀਰ 'ਚ ਪਹੁੰਚ ਗਏ, ਅੱਜ ਕੱਲ੍ਹ ਜ਼ਮਾਨਾ ਜਿਹੋ ਜਿਹਾ ਹੈਗਾ, ਉਹ ਕਾਪੀ ਬਾਬੇ ਕੋਲੇ ਚਲੀ ਜਾਂਦੀ ਅੰਦਰ, ਇਸ ਨਾਂ ਦਾ ਬੰਦਾ ਆਇਆ, ਆਹ ਤਕਲੀਫ ਹੈ। ਤੇ ਉਹ ਜਾ ਕੇ ਉੱਥੇ ਉਹ ਆਵਾਜ਼ ਵੱਜਦੀ ਹੈ। ਜਦੋਂ ਕਿਸੇ ਦਾ ਨਾਂ ਲੈ ਕੇ ਆਵਾਜ਼ ਵੱਜ ਗਈ, ਜਦੋਂ ਕਿਸੇ ਨੂੰ ਤਕਲੀਫ ਕਹਿ ਕੇ ਆਵਾਜ਼ ਵੱਜ ਗਈ ਵੀ ਇਹ ਗੱਲ ਦੀ ਤਕਲੀਫ ਲਈ ਜਿਹੜਾ ਆਇਆ, ਤਾਂ ਸਮਝ ਲਓ ਫਿਰ ਇਹ ਗੱਲ ਪੱਕ ਕੇ ਪੈ ਗਈ। ਲਾਸਟ ਜਿਹੜੀ ਗੱਲ ਆ, ਜਿਹੜੀ ਸਾਡੀ 37 ਸਾਲਾਂ ਦੀ ਖੋਜ ਪੜਤਾਲ ਕਹਿੰਦੀ ਆ, ਉਹ ਇਹ ਹੈ ਕਿ ਜਿਹੜੇ ਡੇਰੇ ਚਾਹੇ ਛੋਟਾ ਚਾਹੇ ਵੱਡਾ, ਇਹਨਾਂ ਦੇ ਪਰਮਾਨੈਂਟ ਏਜੰਟ ਰੱਖੇ ਹੋਏ ਆ। ਠੀਕ ਹੈ। ਉਹ ਏਜੰਟ ਬੱਸ ਸਟੈਂਡ ਤੋਂ, ਠੀਕ ਹੈ ਜੀ, ਜਾਂ ਪਾਰਕਿੰਗ ਵਾਲੀ ਥਾਂ ਤੋਂ ਠੀਕ ਹੈ ਜੀ, ਤੁਹਾਡੇ ਨਾਲ ਲੱਗ ਜਾਂਦੇ ਆ, ਇੱਕ ਪੁਰਾਣੇ ਗਾਹਕ ਬਣੇ ਵੇ ਦੇ ਤੌਰ ਤੇ। ਠੀਕ ਹੈ। ਵੀ ਇਹ ਬਾਬਾ ਜੀ ਦਾ ਅਸੀਂ ਬਹੁਤ ਚਿਰ ਤੋਂ ਆਉਂਦੇ, ਸਾਡੀ ਤੀਜੀ ਚੌਕੀ ਹੈ, ਸਾਡੀ ਚੌਥੀ ਆ, ਸਾਨੂੰ ਤਾਂ ਆਹ ਤਕਲੀਫ ਸੀ, ਤੇ ਬਾਬਾ ਜੀ ਨੇ 50 ਪੈਸੇ ਤਾਂ ਪਹਿਲੀ ਚੌਕੀ ਤੇ ਠੀਕ ਹੋ ਗਿਆ, ਬਾਕੀ ਦੂਜੀ ਤੇ ਹੋ ਗਿਆ। ਹੁਣ ਤਾਂ ਅਸੀਂ ਉਹ ਆ ਜਾਂਦੇ ਆ, ਸਾਡੀ ਸ਼ਰਧਾ ਬਣੀ ਆ ਵੀ ਅਸੀਂ ਜੁੜੇ ਰਹੀਏ, ਸਾਨੂੰ ਚਰਨਾਂ ਨਾਲ ਲਾਈ ਰੱਖੇ ਬਾਬਾ, ਪਰ ਸਾਡੀ ਤਕਲੀਫ ਨਹੀਂ ਰਹੀ। ਭਾਈ ਤੁਸੀਂ ਕਿੱਥੇ ਆਏ ਹੋ? ਅਗਲਾ ਦੱਸ ਦਿੰਦਾ ਵੀ ਯਾਰ ਇਹ ਪੁਰਾਣਾ ਜਾਣੂ ਆ ਇਹਨਾਂ ਦਾ, ਕੀ ਆ ਮਾੜਾ ਮੋਟਾ ਸਾਡਾ ਨੰਬਰ ਮੂਹਰੇ ਲਵਾ ਦੇ, ਤੁਸੀਂ ਕਿੱਥੋਂ ਆਏ ਹੋ, ਅੱਛਾ ਤੁਹਾਨੂੰ ਤਕਲੀਫ ਕੀ ਆ, ਉਹ ਸਾਰੀ ਗੱਲ ਉਹ ਤੋਂ ਪੁੱਛਦਾ। ਉਹ ਪੁੱਛੀ ਹੋਈ ਗੱਲ ਹੀ ਹੈ ਜਿਹੜੀ ਉਹ ਜਾ ਕੇ ਅੱਗੇ ਪਹੁੰਚ ਜਾਂਦੀ ਹੈ, ਤੇ ਉਹਨੂੰ ਇਹ ਹਾਲ ਚਾਲ ਦੱਸਦਾ। ਲਾਸਟ ਗੱਲ, ਇਸ ਗੱਲ ਨੂੰ ਜੇ ਥੋੜਾ ਸਮੇਟਣਾ ਹੋਵੇ ਵੀ ਜੇ ਸਾਡੇ ਲੋਕਾਂ ਨੇ ਇਹ ਜੇ ਬਾਬੇ ਦਾ ਪਖੰਡ ਨੰਗਾ ਕਰਨਾ, ਉਹਦਾ ਪਰਦਾਫਾਸ਼ ਕਰਨਾ, ਸੱਚ ਜਾਣਨਾ, ਤਾਂ ਕਰਨਾ ਕੀ ਹੈ? ਮੰਚ ਧਾਰ ਲਓ ਵੀ ਆਪਾਂ ਜਾਣਾ ਉਹਦੀ ਪਰਖ ਕਰਨ ਵਾਸਤੇ, ਆਪਾਂ ਜਾਣਾ ਉਹਦੇ ਨਕਲੀ ਗਾਹਕ ਬਣ ਕੇ। ਜਦੋਂ ਤੁਰਨਾ ਉਦੋਂ ਤੋਂ ਤੈਅ ਕਰ ਲਓ, ਤੁਸੀਂ 2 ਜਾਣੇ ਹੋ ਚਾਹੇ 3 ਜਾਣੇ ਹੋ, ਵੀ ਤੇਰਾ ਨਾਂ ਹੁਣ ਫਲਾਣਾ, ਤੇਰਾ ਨਾਂ ਫਲਾਣਾ, ਤੇਰਾ ਪਿੰਡ ਫਲਾਣਾ, ਤੇਰਾ ਪਿੰਡ ਫਲਾਣਾ, ਆਹ ਸਮੱਸਿਆ ਆਪਾਂ ਜੇ ਕੋਈ ਪੁੱਛੂ ਤਾਂ ਦੱਸਣੀ ਹੈ, ਇਹਦੇ ਬਾਰੇ ਪੁੱਛ ਕੇ ਆਉਣਾ। ਸਮੱਸਿਆ ਚਾਹੇ ਜਮਾਂ ਝੂਠੀ ਹੋ ਜੇ, ਮੰਨ ਲਓ ਤੁਸੀਂ ਇਸ ਗੱਲ ਲਈ ਵੀ ਗਏ ਹੋ ਵੀ ਤੁਸੀਂ 2 ਜਾਣੇ ਗਏ ਹੋ, ਦੋਹਾਂ ਦੇ ਵਧੀਆ ਔਲਾਦ ਹੈ, ਪੜ੍ਹਦੀ ਵੀ ਠੀਕ ਆ, ਆਖੇ 'ਚ ਵੀ ਆ, ਕਹਿਣੇ 'ਚ ਵੀ ਆ, ਤੁਸੀਂ ਸਵਾਲ ਜਾ ਕੇ ਇਹ ਕਰਨਾ ਹੈ ਵੀ ਜੀ ਮੇਰਾ ਮੁੰਡਾ ਨਸ਼ਿਆਂ 'ਚ ਪੈ ਗਿਆ, ਉਹਦਾ ਕੀ ਬਣੂ? ਹੁਣ ਦੱਸਣਾ ਉਹੀ ਆ ਜੋ ਤੈਅ ਕਰ ਲਿਆ, ਸੱਚ ਨਹੀਂ ਦੱਸਣਾ ਕੁਛ ਵੀ। ਹੁਣ ਜਦੋਂ ਤੁਸੀਂ ਉਸ ਬਾਬੇ ਦੇ ਡੇਰੇ, ਛੋਟਾ ਚਾਹੇ ਵੱਡਾ, ਚਾਹੇ ਘਰੇ ਕੰਮ ਕਰਦਾ, ਚਾਹੇ ਕੋਠੀ 'ਚ ਕਰਦਾ, ਜਿੱਥੇ ਮਰਜ਼ੀ ਕਰਦਾ, ਜਦੋਂ ਤੁਹਾਨੂੰ ਕੋਈ ਮਿਲਣਗੇ, ਤੁਹਾਨੂੰ ਬੰਦੇ ਓਪਰੇ ਬੰਦੇ ਕਹਿ ਲਓ, ਉਹਦੇ ਗਾਹਕ ਕਹਿ ਲਓ, ਉਹਦੇ ਏਜੰਟ ਤੁਹਾਨੂੰ ਮਿਲਣਗੇ, ਤੁਸੀਂ ਦੱਸਣਾ ਉਹੀ ਹੈ ਜੋ ਤੁਸੀਂ ਤੈਅ ਕਰਕੇ ਜਾ ਰਹੇ ਹੋ। ਤੁਹਾਡੇ ਨਾਲ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਉਹ ਬਾਬੇ ਕੋਲੇ ਪਹਿਲਾਂ ਜਾਂਦਾ, ਉਹ ਨਾਲ ਨਹੀਂ ਤੁਹਾਡੇ ਹੋਣਾ ਚਾਹੀਦਾ। ਤੁਸੀਂ ਗਏ ਹੋ, ਸਾਰਾ ਕੁਝ ਉਹੀ ਦੱਸੋ। ਹੁਣ ਜਦੋਂ ਤੁਹਾਡਾ ਕੰਨ ਨਿਕਲੂਗਾ, ਜਦੋਂ ਤੁਹਾਨੂੰ ਆਵਾਜ਼ ਵੱਜੂਗੀ, ਇਹ ਆਵਾਜ਼ ਕਹਿ ਕੇ ਨਹੀਂ ਵੱਜੂਗੀ ਜਿਹੜਾ ਤੁਹਾਡਾ ਅਸਲੀ ਨਾਂ, ਜਿਹੜਾ ਤੁਹਾਡਾ ਅਸਲੀ ਪਿੰਡ ਹੈ, ਜਿਹੜੀ ਤੁਹਾਡੀ ਅਸਲੀ ਸਮੱਸਿਆ, ਆਵਾਜ਼ ਵੱਜੂ ਉਹ, ਤਕਲੀਫ ਦੱਸਣਗੇ ਉਹ ਜਿਹੜੀ ਤੁਸੀਂ ਨਕਲੀ ਤੈਅ ਕੀਤੀ ਹੈ। ਕੋਈ ਬਾਬਾ ਦੁਨੀਆ ਦੇ ਅੰਦਰ ਇਹ ਨਹੀਂ ਤੁਹਾਨੂੰ ਗਿਆ ਨੂੰ ਕਹਿ ਸਕਦਾ ਵੀ ਤੂੰ ਹੈ ਫਲਾਣਾ, ਤੂੰ ਨਾ ਫਲਾਣਾ ਆਪਦੇ ਆਪ ਨੂੰ ਕਹਾਉਣਾ, ਤੂੰ ਆਪਦੀ ਤਕਲੀਫ ਪੁੱਛਣ ਨਹੀਂ ਆਇਆ, ਤੂੰ ਤਾਂ ਸਾਡੀ ਪਰਖ ਕਰਨ ਆਇਆ। ਜੇ ਕੋਈ ਦੱਸ ਜੇ ਤਾਂ ਅਸੀਂ 5 ਲੱਖ ਦਿੰਨੇ ਆ। ਕਾਰਨ ਇੱਕੋ ਹੀ ਹੈ ਕਿ ਸਾਡਾ ਸਮਾਜ ਪੜਤਾਲ ਕਰਨ ਨਹੀਂ ਜਾਂਦਾ, ਸਰੈਂਡਰ ਕਰਦਾ, ਵੀ ਆਪਦੇ ਆਪ ਨੂੰ ਸਰੈਂਡਰ ਕਰਤਾ, ਜੋ ਬਾਬਾ ਜੀ ਨੇ ਮੂਹਰੋਂ ਦੇਤਾ ਉਹ ਰਿਸੀਵ ਕਰ ਲਿਆ, ਉਹਦੇ ਦੱਸੇ ਅਨੁਸਾਰ ਚੜਾਵਾ ਵੀ ਦੇਤਾ, ਕਿਰਿਆਕਰਮ ਵੀ ਕਰ ਲਿਆ, ਕੋਈ ਫਾਇਦਾ ਵੈਸੇ ਹੀ ਟੁੱਲ ਲੱਗ ਗਿਆ ਤਾਂ ਬਾਬਾ ਜੀ ਦੀ ਬੱਲੇ ਬੱਲੇ ਆ। ਨਹੀਂ, ਅਸੀਂ ਜਾ ਕੇ ਦੁਬਾਰੇ ਬਾਬੇ ਨੂੰ ਸਵਾਲ ਨਹੀਂ ਕਰਦੇ ਵੀ ਬਾਬਾ ਜੀ ਤੁਹਾਨੂੰ ਇੰਨੇ ਪੈਸੇ ਦਿੱਤੇ ਸੀ, ਫਾਇਦਾ ਭੋਰਾ ਨਹੀਂ ਹੋਇਆ, ਸਾਡੇ ਤਾਂ ਪੈਸੇ ਮੋੜੋ। ਅਸੀਂ ਇਹ ਨਹੀਂ ਕਰਦੇ, ਬਿਲਕੁਲ ਨਹੀਂ ਕਰਦੇ। ਸਗੋਂ ਅਸੀਂ ਕੀ ਕਰਦੇ ਆ, ਅਸੀਂ ਉਦੋਂ ਵੱਡਾ ਬਾਬਾ ਭਾਲਣ ਲੱਗ ਜਾਂਦੇ ਹਾਂ। ਬਿਲਕੁਲ। ਬਸ ਆਹ ਸਾਡੇ ਸਮਾਜ ਦਾ ਦੁਖਾਂਤ ਦਾ। ਸਾਡੀ ਸੋਸਾਇਟੀ 37 ਸਾਲਾਂ ਤੋਂ ਇਹੀ ਗੱਲ ਕਹਿੰਦੀ ਆ ਰਹੀ ਹੈ ਕਿ ਲੋਕੋ ਸਿਆਣੇ ਹੋ ਜਾਓ। ਸਿਆਣਾ ਉਹ ਨਹੀਂ ਹੁੰਦਾ ਜਿਹਦੇ ਸਿਰ 'ਚ ਸੁਆਹ ਪਾਈ ਹੋਵੇ। ਹਾਂ, ਐਂ ਤਾਂ ਕਹਿ ਸਕਦੇ ਆ ਵੀ ਉਹ ਜਦੋਂ ਵਿਹਲਾ ਬੈਠਾ ਤੁਹਾਡੀ ਜੇਬ 'ਚੋਂ ਪੈਸੇ ਕਢਾ ਲੈਂਦਾ,
ਫਿਰ ਵੀ ਉਹਨੂੰ ਸਿਆਣਾ ਨਹੀਂ ਕਹਿ ਸਕਦੇ, ਉਹਨੂੰ ਚਲਾਕ ਕਹਿ ਸਕਦੇ ਆ, ਉਹਨੂੰ ਬੇਈਮਾਨ ਤਾਂ ਕਹਿ ਸਕਦੇ ਆ, ਪਰ ਉਹ ਸਿਆਣਾ ਨਹੀਂ। ਸਿਆਣੇ ਤਾਂ ਉਹਦੇ ਜਦੋਂ ਅਸੀਂ ਆਪਦੀ ਖੂਨ ਪਸੀਨੇ ਦੀ ਕਮਾਈ ਸਾਂਭਣ ਜੋਗੇ ਹੋ ਗਏ ਉਹਦੇ ਅਸੀਂ ਸਿਆਣੇ ਹੋ ਜਾਾਂਗੇ। ਇਹ ਇੱਕ ਕੀ ਚਾਹੇ ਕੋਈ ਵੱਡਾ ਕੋਈ ਛੋਟਾ, ਤਰਕਸ਼ੀ ਸਟੱਡੀ ਦਾ ਤਾਂ ਚੈਲੰਜ ਆ, 23 ਸ਼ਰਤਾਂ ਉਹਨਾਂ 'ਚ ਇਹ ਵੀ ਇੱਕ ਹੈਗੀ ਆ ਵੀ ਕੋਈ ਬੰਦਾ ਸਾਹਮਣੇ ਬਿਠਾ ਕੇ ਕਿਸੇ ਦਾ ਮਨ ਪੜ੍ਹ ਕੇ ਦੱਸ ਦੇ ਵੀ ਤੇਰੇ ਮਨ 'ਚ ਆ ਤੂੰ ਫਲਾਣਾ, ਤੇਰਾ ਨਾਂ, ਤੇਰੀ ਜਨਮ ਤਰੀਕ ਫਲਾਣੀ ਹੈ, ਕੋਈ ਦੱਸ ਦੇ ਤੇ ਸੁਸਾਇਟੀ ਦਾ ਨਾਮ ਜਿੱਤ ਸਕਦਾ। ਭਦੌੜ ਸਾਹਿਬ ਤੁਸੀਂ ਜ਼ਿਕਰ ਕੀਤਾ ਹੈ ਕਿ ਜਦੋਂ ਅਸੀਂ ਵੀ ਕਿਤੇ ਜਾਂਦੇ ਸੀ ਬਾਬਿਆਂ ਦੇ ਕੋਲ ਚੈੱਕ ਕਰਨਾ ਤਾਂ ਉੱਥੇ ਔਰਤਾਂ ਦੀ ਬਹੁਤ ਗਿਣਤੀ ਹੁੰਦੀ ਸੀ। ਅਸੀਂ ਆਮ ਵੀ ਸਮਾਜ 'ਚ ਦੇਖਦੇ ਹਾਂ ਕਿ ਔਰਤਾਂ ਹੀ ਜ਼ਿਆਦਾ ਵਹਿਮਾਂ ਭਰਮਾਂ ਵਾਲੇ ਪਾਸੇ ਜਾਂਦੀਆਂ, ਇਹਦਾ ਕੀ ਕਾਰਨ ਹੈ? ਮਨਿੰਦਰ ਜੀ, ਗੱਲ ਇਹ ਹੈ ਕਿ ਸਾਡੇ ਸਮਾਜ ਦੇ ਅੰਦਰ ਔਰਤ ਘਰ ਦੀ ਚਾਰ ਦੀਵਾਰੀ 'ਚ ਰਹਿਣ ਵਾਲੀ, ਪੜ੍ਹਾਈ ਲਿਖਾਈ ਵੀ ਬਹੁਤ ਆਪਾਂ ਕਹ ਲਓ ਹੁਣ ਭਾਵੇਂ ਕਾਫੀ ਵੱਧ ਗਿਆ, ਪਰ ਜੇ ਪੁਰਾਣੇ ਪਿਛਲੇ ਸਮੇਂ ਦੀ ਗੱਲ ਕਰੀਏ ਤੇ ਔਰਤ ਨੂੰ ਪੜ੍ਹਾਇਆ, ਬੱਚੀ ਨੂੰ, ਧੀ ਨੂੰ ਪੜ੍ਹਾਇਆ ਵੀ ਨਹੀਂ ਸੀ ਜਾਂਦਾ। ਇਹ ਬਗਾਨਾ ਧਨ ਹੈ, ਇਹਨੂੰ ਪੜ੍ਹਾ ਕੇ ਕੀ ਲੈਣਾ ਆ, ਇਹਨੂੰ ਘਰ ਦਾ ਕੰਮ ਸਿਖਾਓ, ਉਦੋਂ ਬਾਅਦ ਇਹਦਾ ਵਿਆਹ ਹੋ ਜਾਊਗਾ। ਹੁਣ ਜਦੋਂ ਉਹਨੇ ਚਾਰ ਦੀਵਾਰੀ 'ਚ ਰਹਿਣਾ ਤਾਂ ਉਹਦਾ ਜਿਹੜਾ ਦਿਮਾਗ ਆ, ਦਿਮਾਗੀ ਵਿਕਾਸ ਆ, ਉਹ ਉਹਨਾਂ ਕੀ ਹੋ ਅੱਛਾ ਉਹਨਾਂ ਕੀ ਹੋਊ ਜਦੋਂ ਕੋਈ ਘਰੇ ਸਮੱਸਿਆ ਆ ਗਈ, ਉਹ ਆਲੇ ਦੁਆਲੇ ਕੀ ਕਰੂ, ਸ਼ੇਅਰ ਕਿਹਦੇ ਨਾਲ ਕਰੂ, ਸਾਂਝੀ ਕਿਹਦੇ ਨਾਲ ਕਰੂ ਸਮੱਸਿਆ, ਆਂਢੀਆਂ ਗੁਆਂਢੀਆਂ ਨਾਲ। ਹੁਣ ਆਂਢ ਗੁਆਂਢ ਵੀ ਉਹੇ ਜਾ, ਉਹਨਾਂ ਨੂੰ ਕੀ ਲੱਗਦਾ ਜਿਹੇ ਜੀ ਗੱਲ ਉਹਨਾਂ ਨੇ ਕਿਤੋਂ ਸੁਣੀ ਹੋਵੇ ਜਾਂ ਕਿਸੇ ਬਾਬੇ ਕੋਲੇ ਗਏ ਹੋਣ ਵੀ ਯਾਰ ਇਹੋ ਜੀ ਗੱਲ ਦਾ ਇਲਾਜ ਤਾਂ ਫਲਾਣਾ ਬਾਬਾ ਕਰ ਦਿੰਦਾ, ਉਹ ਫਿਰ ਉਹੀ ਰਹਿ ਦੇ ਜੂ। ਅੱਛਾ ਜਦੋਂ ਰਹਿ ਦੇ ਜੂ, ਔਰਤ ਨੇ ਔਰਤ ਨੂੰ ਦੇਤੀ ਤੇ ਫਿਰ ਬਾਬੇ ਦੇ ਡੇਰੇ ਤੇ ਜਿਹੜੀ ਗਿਣਤੀ ਆ ਉਹ ਔਰਤਾਂ ਦੀ ਹੀ ਵਧੂਗੀ ਨਾ। ਹੁਣ ਅਸੀਂ ਇਹ ਨਹੀਂ ਕਹਿੰਦੇ ਵੀ ਯਾਰ ਜਿਹਨੇ ਔਰਤ ਨੇ ਇਹ ਸਲਾਹ ਦਿੱਤੀ ਹੈ ਕਿ ਤੁਸੀਂ ਉਸ ਬਾਬੇ ਕੋਲੇ ਚਲੇ ਜਾਓ, ਉਹਦੀਆਂ 5 ਚੌਂਕੀਆਂ 4 ਭਰੋ, ਠੀਕ ਹੋ ਜੂ, ਨਹੀਂ, ਉਹਦਾ ਕਸੂਰ ਨਹੀਂ ਹੈ। ਸਾਡੇ ਸਮਾਜ ਨੇ, ਸਾਡੇ ਐਜੂਕੇਸ਼ਨ ਪ੍ਰਬੰਧ ਨੇ ਉਹਨੂੰ ਇਹ ਗੱਲ ਦੀ ਜਾਣਕਾਰੀ ਦਿੱਤੀ ਨਹੀਂ, ਉਹਦਾ ਮਨ ਇੰਨਾ ਖੋਜੀ ਨਹੀਂ ਬਣਾਇਆ ਕਿ ਉਹ ਸਮੱਸਿਆ ਦੇ ਅਸਲ ਕਾਰਨ ਲੱਭੇ। ਉਹ ਇੱਕੋ ਹੀ ਗੱਲ ਕਰਦੀ ਹੈ ਵੀ ਜਿਹੜੀ ਗੱਲ ਉਹਨੇ ਕਿਤੋਂ ਸੁਣੀ ਹੈ ਵੀ ਫਲਾਣੇ ਨੂੰ ਵੀ ਇਹੋ ਜਿਹੀ ਤਕਲੀਫ ਸੀ, ਉਹ ਫਿਰ ਫਲਾਣੇ ਬਾਬੇ ਦੇ ਚਲੇ ਗਏ ਜਿਹਦੇ ਚੋਂ ਉਹਨਾਂ ਨੂੰ ਕੋਈ ਫਾਇਦਾ ਹੋ ਗਿਆ। ਹੁਣ ਇਹਦੇ ਕਰਕੇ ਕੀ ਹੈ, ਉਹ ਆਪਦੀ ਰਹਿ ਦੇਗੀ, ਉਹ ਹਮਦਰਦੀ ਚੋਂ ਦੇਗੀ, ਅਸੀਂ ਉਹਨੂੰ ਨਹੀਂ ਗਲਤ ਕਹਿੰਦੇ, ਪਰ ਅਸੀਂ ਕਹਿੰਦੇ ਵੀ ਇਹ ਪੂਰਾ ਸਿਸਟਮ ਆ ਜਿਹੜਾ ਸਾਡੀ ਔਰਤ ਜਿਹੜੀ ਅੱਧ ਦੀ ਵਸੋਂ ਹੈ ਉਹਨੂੰ ਅੱਜ ਤੱਕ ਇਹ ਸਿਖਾ ਨਹੀਂ ਸਕਿਆ, ਸਮਝਾ ਨਹੀਂ ਸਕਿਆ, ਜਿਹਦੇ ਕਰਕੇ ਕੀ ਹੁੰਦੀ ਆ, ਫਿਰ ਉਹ ਔਰਤ ਬਾਬਿਆਂ ਵੱਲ ਨੂੰ ਜਾਂਦੀ ਹੈ। ਉਹ ਕਿਸੇ ਟੈਨਸ਼ਨ 'ਚ, ਆਪ ਵੀ ਟੈਨਸ਼ਨ 'ਚ ਫਿਰ ਵੀ ਜਾਂਦੀ ਹੈ। ਮਰਦ ਦਾ ਕੀ ਹੁੰਦਾ, ਬੰਦੇ ਦਾ ਕੀ ਹੁੰਦਾ, ਬੰਦੇ ਨੂੰ ਮਾੜੀ ਜੀ ਟੈਨਸ਼ਨ ਹੋਈ ਉਦੋਂ ਸੋਚਦਾ, ਲੱਗਦਾ ਵੀ ਯਾਰ ਨੀਂਦ ਜੀ ਨਹੀਂ ਆਉਂਦੀ, ਉਹ ਠੇਕੇ ਵੱਜਦਾ। ਔਰਤ ਠੇਕੇ ਜਾ ਨਹੀਂ ਸਕਦੀ, ਉਹ ਤਾਂ ਸਗੋਂ ਪੀੜਤ ਹੈ, ਨਸ਼ੇ ਤੋਂ ਪੀੜਤ ਹੈ। ਜਦੋਂ ਨਸ਼ੇ ਤੋਂ ਪੀੜਤ ਹੈ ਨਾ, ਉਹਨੂੰ ਵਿਚਾਰੀ ਨੂੰ ਇਹ ਪਤਾ ਵੀ ਜੇ ਮੇਰੇ ਘਰ ਵਾਲਾ ਨਸ਼ਾ ਕਰਦਾ ਇਹ ਤਾਂ ਸਵੇਰ ਤੋਂ ਹੀ ਦਾਰੂ ਪੀ ਲੈਂਦਾ, ਉਹ ਇੱਕੋ ਗੱਲ ਸੋਚਦੀ ਆ ਵੀ ਕਿਸੇ ਨੇ ਸਾਡਾ ਬੁਰਾ ਕੀਤਾ, ਕਿਸੇ ਨੇ ਸਾਨੂੰ ਕੁਛ ਕਰਾਤਾ, ਕਿਸੇ ਨੇ ਸਾਡਾ ਘਰ ਕੀਲਤਾ, ਕੋਈ ਸਾਡਾ ਦੁੱਖ ਹੀ ਹੈ, ਉਹ ਇਹ ਸੋਚ ਕੇ ਉਸੇ ਰਾਹ ਪਊ। ਹੁਣ ਇਹ ਜਦੋਂ ਉਹਨੂੰ ਨਹੀਂ ਪਤਾ ਤਾਂ ਉਹ ਫਿਰ ਕੀ ਕਰਦੀ ਹੈ ਵਿਚਾਰੀ, ਉਹ ਇਹੋ ਜਿਹੇ ਬਾਬਿਆਂ ਕੋਲੇ ਜਾਂਦੀ ਹੈ। ਲੈਵਲ ਨਹੀਂ, ਹੁਣ ਐਵੇਂ ਨਹੀਂ ਹੈ ਇੰਨੀ ਕੁ ਗੱਲ ਕਿ ਜਿਹੜੀਆਂ ਔਰਤਾਂ ਜਮਾਂ ਅਨਪੜ੍ਹ ਹੈ, ਸਾਡੇ ਸਮਾਜ 'ਚ ਪੜ੍ਹੀਆਂ ਲਿਖੀਆਂ ਔਰਤਾਂ ਦੀ ਵੀ ਸਥਿਤੀ ਕੋਈ ਬਹੁਤ ਵੱਖਰੀ ਨਹੀਂ। ਮੈਨੂੰ ਯਾਦ ਆ ਇੱਕ ਵਾਰੀ ਮੇਰੇ ਸਕੂਲ ਦੀ ਕੁਲੀਗ ਸੀ, ਇੱਕ ਅਧਿਆਪਕਾ MA BEd, ਉਹਨੇ ਮੈਨੂੰ ਆ ਕੇ ਕਿਹਾ, ਮੈਨੂੰ ਕਹਿੰਦੇ ਰਜਿੰਦਰ, ਚੰਦ ਪੁਰਾਣੇ ਵਾਲੇ ਬਾਬੇ ਦੇ ਬਹੁਤ ਇਕੱਠ ਹੁੰਦਾ। ਨਛੱਤਰ ਸਿੰਘ ਉਹਦਾ ਪਹਿਲਾਂ ਨਛੱਤਰ ਸਿੰਘ ਘੋਨਾ ਹੁੰਦਾ ਸੀ ਜਦੋਂ ਨੈਸ਼ਲੇ ਡੇਅਰੀ 'ਚ PN ਦੀ ਜੌਬ ਕਰਦਾ ਸੀ। ਜਦੋਂ ਫਿਰ ਉਹ ਸੰਤ ਸਮਾਜ ਦਾ ਹਿੱਸਾ ਬਣ ਕੇ ਵੱਡਾ ਬਾਬਾ ਬਣ ਗਿਆ, ਫਿਰ ਉਹ ਸੰਤ ਨਛੱਤਰ ਸਿੰਘ ਜੀ ਬਣ ਗਏ। ਮੈਂ ਉਹਨੂੰ ਸਵਾਲ ਕਰਤਾ, ਛੋਟਾ ਜਿਹਾ, ਆਦਤ ਉਹੋ ਜਿਹੀ ਹੈਗੀ ਆ। ਮੈਂ ਕਿਹਾ ਭੈਣ ਜੀ ਤੁਹਾਨੂੰ ਕਿਹਨੇ ਦੱਸਿਆ ਵੀ ਉਹਦੇ ਬਹੁਤ ਇਕੱਠ ਹੁੰਦਾ? ਕਹਿੰਦੀ ਮੈਂ ਵੀ ਗਈ ਸੀ ਤੇ ਮੇਰੀ ਤਾਂ ਹੈਰਾਨੀ ਦੀ ਹੱਦ ਨਹੀਂ ਸੀ ਵੀ ਇੱਕ 8ਵੀਂ ਫੇਲ ਬਾਬਾ ਉਹਦੇ MA BEd ਜਾ ਕੇ ਮੱਥਾ ਟੇਕਦੀ ਹੈ। ਮੈਂ ਨਹੀਂ ਕਹਿੰਦਾ ਉਹਦਾ ਕਸੂਰ ਆ, ਸਾਡੀ ਐਜੂਕੇਸ਼ਨ ਨੇ ਸਾਨੂੰ ਸਿਖਾਇਆ ਹੀ ਨਹੀਂ ਕੁਛ। ਰੌਲਾ ਕੀ ਹੈ ਕਿ ਇਸ ਸਿਸਟਮ ਦੇ ਇਹ ਸਾਰੀ ਗੱਲ ਹੱਕ 'ਚ ਜਾਂਦੀ ਹੈ ਕਿ ਇਸ ਸਮਾਜ 'ਚ ਜਿੰਨੀਆਂ ਮੁਸ਼ਕਲਾਂ ਨੇ, ਇਹ ਆਪਦੀਆਂ ਮੁਸ਼ਕਲਾਂ ਦੇ ਕਾਰਨ ਨਾ ਲੱਭੇ, ਇਹ ਆਪਦੀਆਂ ਮੁਸ਼ਕਲਾਂ ਦੇ ਹੱਲ ਲਈ ਸਰਕਾਰ ਵੱਲ ਉਂਗਲ ਨਾ ਕਰੇ, ਇਹ ਇਹਨਾਂ ਬਾਬਿਆਂ ਵੱਲ, ਇਹਨਾਂ ਡੇਰਿਆਂ ਵੱਲ, ਇਹਨਾਂ ਚੌਂਕੀਆਂ ਵੱਲ ਉਧਰ ਹੀ ਉਲਝਦਾ ਰਹੇ। ਬਸ ਇੰਨੀ ਕੀ ਗੱਲ ਆ। ਇਦੋਂ ਵੱਧ ਤਾਂ ਜਿਵੇਂ ਆਪਾਂ ਕਹਿ ਲਓ ਕਿ ਜਿਸ ਦਿਨ ਔਰਤ ਜਾਗਰਤ ਹੋ ਜੂ, ਦੇਖਿਆ ਅਸੀਂ ਕਿਸਾਨੀ ਦਾ ਅੰਦੋਲਨ ਚੱਲਿਆ, 8-9 ਮਹੀਨੇ ਹੋ ਗਏ ਦਿੱਲੀ ਬੈਠਿਆਂ ਨੂੰ, 2 ਮਹੀਨੇ ਇੱਥੇ ਚੱਲਿਆ। ਕਿਸਾਨੀ ਦੇ ਅੰਦਰ, ਸੰਘਰਸ਼ ਦੇ ਅੰਦਰ ਔਰਤਾਂ ਦੀ ਬਹੁਤ ਵੱਡੀ ਸ਼ਮੂਲੀਅਤ ਹੈ। ਮੈਂ ਵੇਖਿਆ 8 ਮਾਰਚ ਨੂੰ ਅਸੀਂ ਤਰਕਸ਼ੀ ਸੋਸਾਇਟੀ ਵੱਲੋਂ ਦਿੱਲੀ ਗਏ ਹੋਏ ਹਾਂ, ਔਰਤ ਦਿਵਸ ਦੇ ਉੱਤੇ ਜੋਗਿੰਦਰ ਸਿੰਘ ਰਾਹਾਂ ਦੀ ਜਥੇਬੰਦੀ ਵੱਲੋਂ ਹਜ਼ਾਰਾਂ ਦਾ ਇਕੱਠ, ਜਿਹੜੀ ਗਿਣਤੀ ਨਹੀਂ ਸੀ ਇੰਨਾ ਇਕੱਠ। ਸਾਡਾ ਸਾਰਾ ਥੋੜਾ ਸਵਾਲ ਹੁੰਦਾ ਵੀ ਇਹ ਔਰਤ ਇੰਨੀ ਕਿਵੇਂ ਜੁੜ ਗਈ ਜਿਹੜੀ ਕਿਸੇ ਸੰਘਰਸ਼ ਦਾ ਹਿੱਸਾ ਹੀ ਨਹੀਂ ਸੀ। ਪੁੱਛਣਾ ਹੁੰਦਾ, ਜਿਵੇਂ ਪੁੱਛਿਆ ਥੋੜਾ ਜਿਹਾ, ਜਿਵੇਂ ਅੱਧ ਖੜ ਜੀਆਂ ਔਰਤਾਂ,
ਵੀ ਭੈਣ ਜੀ ਤੁਸੀਂ ਕਿਵੇਂ ਦਿੱਲੀ ਤੱਕ ਵੀ ਆ ਗਏ, ਤੁਸੀਂ ਐ ਥੋੜੀ ਜਿਹੀ ਗੱਲ ਤਾਂ ਉਹਨਾਂ ਨੇ ਕੀਤੀ ਵੀ ਭਾਈ ਐ ਕਿਸਾਨਾਂ ਕਾਨੂੰਨ ਬਣਾ ਦੇ, ਵਿਚਾਰੀਆਂ ਨੂੰ ਬਾਹਲਾ ਨਹੀਂ ਪਤਾ ਕਾਨੂੰਨ ਬਣਾ ਦੇ। ਅਸੀਂ ਕਹਿੰਦੇ ਹੋਰ ਕੋਈ ਗੱਲ, ਕਹਿੰਦੇ ਜੀ ਫਿਰ ਅੰਦਰਲੇ ਦਿਲ ਦੀ ਪੁੱਛਦੇ ਹੋ, ਉਹ ਤਾਂ ਇਹ ਆ ਵੀ ਮੇਰੇ ਘਰ ਵਾਲਾ ਨਾ ਦਾਰੂ ਪੀਂਦਾ ਸੀ, ਮੈਂ ਕੋਈ ਬਾਬਾ ਨਹੀਂ ਸੀ ਛੱਡਿਆ ਵੀ ਇਹਦੀ ਦਾਰੂ ਛੁੱਟ ਜੇ। ਜਿੱਦੇ ਦਾ ਇਹ ਬਾਈ ਹੁਣਾਂ ਨਾਲ ਰਲਿਆ ਗਰਾਹਾਂ ਹੁਣਾਂ ਦੀ ਜਥੇਬੰਦੀ 'ਚ ਵੜਿਆ, ਇਹ ਦਾਰੂ ਛੱਡ ਗਿਆ। ਤੇ ਸਾਨੂੰ ਤਾਂ ਪਤਾ ਹੀ ਹੋਣ ਲੱਗਿਆ ਵੀ ਜੇ ਭਾਈ ਹੱਕਾਂ ਲਈ ਸੰਘਰਸ਼ ਲੜਾਂਗੇ, ਇਹਦੇ ਵਿੱਚੋਂ ਸਾਡੀਆਂ ਸਮੱਸਿਆਵਾਂ ਦਾ ਹੱਲ ਆ। ਤੇ ਸਾਨੂੰ ਤਾਂ ਕਹਿੰਦੀ ਸਾਡੀ ਤਾਂ ਚਿੰਤਾ ਫਿਕਰੀ ਚੱਕਿਆ ਗਿਆ ਵੀ ਅਸੀਂ ਐਵੇਂ ਹੁਣ ਤਾਂ ਹੀ ਬਾਬਿਆਂ ਨੂੰ ਆਪਦੀ ਘਰ ਦੀ ਕਮਾਈ ਲਟਾਉਂਦੇ ਰਹੇ ਵੀ ਇਹ ਦਾਰੂ ਛੱਡ ਦੇ। ਫਿਰ ਦਾਰੂ ਛੱਡਣ ਵਾਲੀ ਗੱਲ ਤਾਂ ਕਹਿੰਦੀ ਜਦੋਂ ਉਹਨਾਂ ਨੂੰ ਦਿਸਣ ਲੱਗ ਗਿਆ, ਸਾਡੇ ਘਰਦਿਆਂ ਨੂੰ ਵੀ ਦਿਸਣ ਲੱਗ ਗਿਆ ਵੀ ਸਾਡੀ ਮੰਦਹਾਲੀ ਦਾ ਕਾਰਨ ਤਾਂ ਹੁਣ ਦਿੱਲੀ ਵਾਲੀ ਸਰਕਾਰ ਆ, ਉਹਨਾਂ ਦੇ ਖਿਲਾਫ ਮੋਰਚਾ ਲਾ ਕੇ ਹੱਲ ਹੋਊ। ਸੋ ਇਹ ਵੀ ਹੈ ਇੱਕ ਚੇਤਨਤਾ ਦਾ ਰੂਪ ਆ। ਜਦੋਂ ਕੋਈ ਇਹੋ ਜਿਹਾ ਕਿਰਤੀ ਵਰਗ ਦਾ ਸੰਘਰਸ਼ ਚੱਲਦਾ ਲੁੱਟ ਖਸੁੱਟ ਦੇ ਖਿਲਾਫ, ਇਹ ਜਿਹੜੀ ਜਿਵੇਂ ਕਹਿੰਦੇ ਹੁੰਦੇ ਆ ਨਾ, ਇੱਕ ਕਿਤਾਬ ਛਪੀ ਸੀ ਉਹ 10 ਦਿਨ ਜਿਨ੍ਹਾਂ ਨੇ ਦੁਨੀਆ ਹਿਲਾ ਦਿੱਤੀ ਰੂਸ ਦੇ ਇਨਕਲਾਬ ਬਾਰੇ। ਇਹ ਕਿਸਾਨੀ ਸੰਘਰਸ਼ ਇਹ ਜਿਹਾ ਜਿਹਨੇ ਅੱਜ ਔਰਤਾਂ ਦੀ ਚੇਤਨਾ ਦਾ ਪੱਧਰ ਬਹੁਤ ਉੱਚਾ ਕਰਤਾ। ਬਹੁਤ ਬਹੁਤ ਧੰਨਵਾਦ ਜੀ ਭਦੌੜ ਸਾਹਿਬ ਤੁਹਾਡਾ। ਤਾਂ ਗੱਲਬਾਤ ਕੀਤੀ ਜੋ ਚੇਲਿਆਂ ਬਾਰੇ, ਜੋ ਅਸੀਂ ਕਿਹਾ ਕਿ ਡੇਰੇ ਆ ਪੰਜਾਬ ਦੇ ਹਰ ਪਿੰਡ ਵਿੱਚ ਜਿੱਥੇ ਪੁੱਛਾਂ ਕੱਢੀਆਂ ਜਾਂਦੀਆਂ, ਤਾਂ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਤੁਸੀਂ ਇੱਕ ਆਪਣੇ ਆਪ ਨੂੰ ਸਰੈਂਡਰ ਕਰਨ ਨਾ ਜਾਓ, ਉੱਥੇ ਸਵਾਲ ਕਰਨ ਜਾਓ। ਤੁਸੀਂ ਮਨ ਦੇ ਵਿੱਚ ਧਾਰ ਕੇ ਜਾਓ ਕਿ ਜੇਕਰ ਤੁਹਾਡਾ ਬਾਬਾ ਵਾਕਿਆ ਹੀ ਚਮਤਕਾਰੀ ਹੈ ਤਾਂ ਤੁਸੀਂ ਉਸ ਨੂੰ ਕੁਝ ਅਜਿਹੇ ਸਵਾਲ ਪੁੱਛੋ, ਅਜਿਹਾ ਕੁਝ ਸੋਚ ਕੇ ਜਾਓ ਜਿਹਦੇ ਬਾਰੇ ਉਹ ਤੁਹਾਨੂੰ ਦੱਸ ਵੀ ਨਾ ਸਕਦਾ ਹੋਵੇ। ਤਾਂ ਉਹਨਾਂ ਨੇ ਚੈਲੰਜ ਕੀਤਾ ਕਿ 5 ਲੱਖ ਰੁਪਏ ਦੀ ਸ਼ਰਤ ਹੈ, ਜੇਕਰ ਕੋਈ ਬਾਬਾ ਕਿਸੇ ਦਾ ਭਵਿੱਖ ਦੱਸ ਦੇ ਜਾਂ ਜੋ ਉਸਦੇ ਮਨ ਦੀਆਂ ਗੱਲਾਂ ਉਹ ਦੱਸ ਦੇ। ਉਹਨਾਂ ਨੇ ਇਹ ਪੂਰਾ ਚੈਲੰਜ ਕੀਤਾ। ਤਾਂ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ, ਚੇਤਨ ਹੋਣ ਦੀ ਲੋੜ ਹੈ। ਸਮਾਜ ਦੇ ਵਿੱਚ ਅੰਧ ਵਿਸ਼ਵਾਸ ਵਿੱਚ ਨਾ ਪੈ ਕੇ ਵਿਗਿਆਨਕ ਸੋਚ ਅਪਣਾ ਕੇ ਅੱਗੇ ਵਧਣ ਦੀ ਜ਼ਰੂਰਤ ਹੈ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ TV।